वाहिगुरू जी का खालसा वाहिगुरू जी की फतेह। नमस्ते, अस्सलाम वालेकुम, ग्रीटिंग्स ऑफ द डे। सारिਆਂ ਦਾ बहुत 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 स्वागत है ਤੁਹਾਡੇ ਆਪਣੇ ਚੈਨਲ प्रोफैसर के पुष्पिंदर सिंह ट्यूटर हू लर्नस ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਬੜੀਆਂ ਵੀਡੀਓਜ਼ ਜਿਹੜੀਆਂ ਬਣਾਵਾਂਗੇ, ਜਿਹੜੀ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ, ਵੀਡੀਓ ਕਿਹਨਾਂ ਦੇ ਬਾਰੇ ਹੋਊਗੀ ਤੁਹਾਨੂੰ ਥੰਬਨੇਲ ਤੋਂ ਪਤਾ ਲੱਗ ਹੀ ਗਿਆ ਹੋਊਗਾ। ਹਾਂਜੀ, ਬੈਚਲਰ ਆਫ ਐਜੂਕੇਸ਼ਨ ਦੇ ਜਿਹੜੇ ਸਬਜੈਕਟਸ ਨੇ ਜਿਹੜੇ ਮੈਂ ਟੀਚ ਕਰਦਾ ਪਰਸਨਲੀ ਕਾਲਜ ਦੇ ਵਿੱਚ, ਉਹਦੇ ਬਾਬਤ ਆਪਾਂ ਵੀਡੀਓਜ਼ ਜਿਹੜੀਆਂ ਬਣਾਇਆ ਕਰਾਂਗੇ। ਇੱਕ ਫਰਸਟ ਵੀਡੀਓ ਹੈ ਤੇ ਨਾਲ ਹੀ ਆਪਾਂ ਹੋਰ ਵੀਡੀਓਜ਼ ਹੋਰ ਸਬਜੈਕਟਸ ਜਿਹੜੇ ਨੇ ਬੈਚਲਰ ਆਫ ਐਜੂਕੇਸ਼ਨ ਦੇ ਸਾਰਿਆਂ ਦੀਆਂ ਵੀਡੀਓਜ਼ ਜਿਹੜੀਆਂ ਨੇ ਵਿਦ PDF ਨੋਟਸ ਤੁਹਾਨੂੰ ਪ੍ਰੋਵਾਈਡ ਕਰਾਂਗੇ। ਜਿਹੜੀ ਵੀਡੀਓ ਅਪਲੋਡ ਹੋਊਗੀ ਉਹਦੇ PDF ਨੋਟਸ ਵੀ ਪ੍ਰੋਵਾਈਡ ਹੋਇਆ ਕਰਨਗੇ। ਉਹਦਾ ਇੱਕ ਲਿੰਕ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਜਾਂ WhatsApp ਤੇ ਮੈਸੇਜ ਕਰੋ, ਤੁਹਾਨੂੰ PDF ਜਿਹੜੀ ਉਹ ਮਿਲ ਜੂਗੀ। WhatsApp ਦਾ Facebook ਦਾ ਲਿੰਕ ਸਾਡੀ ਈਮੇਲ ID ਜਿਹੜੀ ਆ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਈ ਹੁੰਦੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾਉਣਾ ਤੁਸੀਂ ਨਾ ਭੁੱਲਿਓ। ਸਾਨੂੰ Instagram ਦੇ ਉੱਤੇ ਫੋਲੋ ਕਰਨਾ ਨਾ ਭੁੱਲਿਓ ਤੇ Facebook ਦੇ ਉੱਤੇ ਲਾਈਕ ਕਰਨਾ ਨਾ ਭੁੱਲਿਓ। ਅੱਜ ਦੀ ਜਿਹੜੀ ਵੀਡੀਓ ਹੈ, ਇਹ ਵੀਡੀਓ ਪਹਿਲੀ ਵੀਡੀਓ ਹੈ ਤੇ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਵਿਦ ਦ ਸਬਜੈਕਟ ਗਰੋਥ ਐਂਡ ਡਿਵੈਲਪਮੈਂਟ ਆਫ ਦ ਲਰਨਰ। ਇਹਦੇ ਵਿੱਚ ਆਪਾਂ ਅੱਜ ਕਵਰ ਕਰਾਂਗੇ ਕਿ ਗਰੋਥ ਤੇ ਡਿਵੈਲਪਮੈਂਟ ਦੋਨਾਂ ਦਾ ਮੀਨਿੰਗ ਕੀ ਹੁੰਦਾ, ਮੀਨਿੰਗ ਆਫ ਗਰੋਥ, ਮੀਨਿੰਗ ਆਫ ਡਿਵੈਲਪਮੈਂਟ, ਤੇ ਨਾਲ ਹੀ ਦੇਖਾਂਗੇ ਦੋਨਾਂ ਦੇ ਵਿੱਚ ਡਿਫਰੈਂਸਸ ਕੀ ਹੈ। ਤੇ ਬਹੁਤ ਹੀ ਇੰਟਰਸਟਿੰਗ ਹੋਣ ਵਾਲੀਆਂ ਨੇ ਵੀਡੀਓਜ਼, ਇਸ ਲਈ ਬਿਨਾਂ ਸਕਿਪ ਕੀਤੇ ਤੁਸੀਂ ਐਂਡ ਤੱਕ ਸਾਰੀ ਵੀਡੀਓਜ਼ ਦੇਖੋ। ਤੁਹਾਨੂੰ ਆਪੇ ਆਪ ਹੀ ਸਾਰੀਆਂ ਜਿਹੜੀਆਂ ਨੇ ਉਹ ਖੁੱਲ ਜਾਣੀਆਂ। ਤੁਹਾਡੇ ਲਈ ਬਹੁਤ ਈਜ਼ੀ ਹੋ ਜਾਊਗਾ ਲਰਨ ਕਰਨਾ, ਮੈਮੋਰਾਈਜ਼ ਕਰਨਾ ਬਹੁਤ ਈਜ਼ੀ ਹੋ ਜਾਊਗਾ, ਕਿਉਂਕਿ ਯੂ ਵਿਲ ਅੰਡਰਸਟੈਂਡ, ਯੂ ਵਿਲ ਲਰਨ ਇਟ। ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਕਿ ਇਹਦੇ ਵਿੱਚੋਂ ਕੁਐਸਚਨਸ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਪੁੱਛੇ ਜਾਂਦੇ ਨੇ। ਤਾਂ ਸ਼ੋਰਟ ਕੁਐਸਚਨ ਜਿਹੜਾ ਤੁਹਾਡੇ ਫਾਈਨਲਸ ਦੇ ਵਿੱਚ ਪੁੱਛਿਆ ਜਾਂਦਾ ਕਿ ਵਾਟ ਇਜ਼ ਦ ਮੀਨਿੰਗ ਔਰ ਡਿਫਾਈਨ ਗਰੋਥ ਐਂਡ ਡਿਵੈਲਪਮੈਂਟ। ਤਾਂ ਉਹਦੇ ਵਿੱਚ ਤੁਸੀਂ ਸਿਰਫ ਆਪਣੀ ਡੈਫੀਨੇਸ਼ਨਸ ਤੇ ਮੀਨਿੰਗ ਲਿਖਣੀਆਂ, ਉਹ ਆਪਾਂ ਐਕਸਪਲੇਨ ਕਰਾਂਗੇ ਕਿਸ ਤਰੀਕੇ ਨਾਲ। ਤੇ ਲੌਂਗ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਉਹ ਪੁੱਛਿਆ ਜਾਂਦਾ ਡਿਫਾਈਨ ਗਰੋਥ ਐਂਡ ਡਿਵੈਲਪਮੈਂਟ, ਸਟੇਟ ਡਿਫਰੈਂਸਸ ਬਿਟਵੀਨ ਦ ਬੋਥ। ਤੇ ਕਈ ਵਾਰੀ ਇਕੱਲੇ ਡਿਫਰੈਂਸਸ ਦੇ ਵਿੱਚ ਵੀ ਸ਼ੋਰਟ ਕੁਐਸਚਨ ਪੁੱਛ ਲਿਆ ਜਾਂਦਾ। ਤਾਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਸ਼ੋਰਟ ਕੁਐਸਚਨ ਤੇ ਲੌਂਗ ਕੁਐਸਚਨਸ ਦੇ ਜਿਹੜੇ ਮਾਰਕਸ ਹੁੰਦੇ ਨੇ ਉਹ ਅੱਡ-ਅੱਡ ਹੁੰਦੇ ਨੇ। ਉਹਨਾਂ ਦੇ ਹਿਸਾਬ ਨਾਲ ਤੁਸੀਂ ਦੇਖ ਲੈਣਾ ਕਿ ਸ਼ੋਰਟ ਨੋਟ ਜਿਹੜਾ ਤੁਹਾਡਾ ਉਹਦੇ ਵਿੱਚ ਇਹ ਕੁਐਸਚਨ ਔਰ ਕਿੰਨਾ ਕੁ ਆਨਸਰ ਤੁਸੀਂ ਪ੍ਰੀਪੇਅਰ ਕਰਨਾ, ਔਰ ਲੌਂਗ ਕੁਐਸਚਨ ਦੇ ਵਿੱਚ ਕਿਹੜਾ ਆਨਸਰ ਲਿਖਣਾ ਹੈ, ਤੁਸੀਂ ਕਿਸ ਤਰੀਕੇ ਨਾਲ ਲਿਖਣਾ ਔਰ ਕਿਸ ਤਰੀਕੇ ਨਾਲ ਤੁਸੀਂ ਪ੍ਰੀਪੇਅਰ ਕਰਨਾ। ਤਾਂ ਉਹ ਸ਼ੁਰੂ ਕਰਦੇ ਹਾਂ ਆਪਾਂ ਨੋਟਸ, ਜਿਹਦੇ ਵਿੱਚੋਂ ਸ਼ੁਰੂਆਤ ਕਰਾਂਗੇ ਆਪਾਂ ਮੀਨਿੰਗ ਆਫ ਗਰੋਥ ਦੀ, ਕਿ ਗਰੋਥ ਦੇ ਮੀਨਿੰਗ ਹੁੰਦਾ ਕੀ ਹੈ। ਜੇ ਆਪਾਂ ਸਹੀ ਮਾਇਨੇ ਦੇ ਵਿੱਚ ਦੇਖੀਏ ਤਾਂ ਗਰੋਥ ਇਜ਼ process in which the structural and physiological changes in the body occur। ਤੇ ਆਪਾਂ ਸਿੱਧਾ ਗੱਲ ਕਰ ਲਈਏ ਤਾਂ ਆਪਾਂ ਸਿੰਪਲੀ ਸਟੇਟ ਕਰਾਂਗੇ the physical changes in the body are known as growth, or the structural and physiological changes in the body is termed as growth। ਤਾਂ ਇਸ ਦੀ growth ਸਰੀਰ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ, ਸਰੀਰਕ ਵਾਧਾ ਜਿਹੜਾ ਹੁੰਦਾ ਉਹਨੂੰ ਗਰੋਥ ਕਿਹਾ ਜਾਂਦਾ, ਉਹਨੂੰ ਵਾਧਾ ਕਿਹਾ ਜਾਂਦਾ। ਸਰੀਰ ਦੇ ਅੰਗਾਂ ਦੇ ਵਿੱਚ ਜਿਹੜਾ ਵਾਧਾ ਹੁੰਦਾ ਉਹਨੂੰ ਗਰੋਥ ਕਿਹਾ ਜਾਂਦਾ। ਸਰੀਰਕ ਢਾਂਚੇ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ ਬਚਪਨ ਤੋਂ ਲੈ ਕੇ ਔਰ ਜਵਾਨੀ ਤੱਕ, ਉਸ ਨੂੰ ਵਾਧਾ ਕਿਹਾ ਜਾਂਦਾ, ਗਰੋਥ ਕਿਹਾ ਜਾਂਦਾ ਹੈ। ਗਰੋਥ ਰਿਫਰਸ ਟੂ ਦ ਡਾਇਮੈਂਸ਼ਨਲ ਆਗਮੈਂਟੇਸ਼ਨ, ਸੈਲੂਲਰ ਮਲਟੀਪਲੀਕੇਸ਼ਨ ਐਂਡ ਕੁਆਂਟੀਟੇਟਿਵ ਚੇਂਜਸ ਇਨ ਸਾਈਜ਼, ਵੇਟ ਐਂਡ ਨੰਬਰ। ਆਹ ਚੀਜ਼ ਤੁਸੀਂ ਧਿਆਨ ਰੱਖਣੀ ਆ ਕਿ ਇਹ ਕੁਆਂਟੀਟੇਟਿਵ ਚੇਂਜਸ ਦੇ ਵਿੱਚ ਹੁੰਦਾ। ਤੇ ਹੁਣ ਆਪਾਂ ਜਿਹੜੀ ਆ ਸਿੱਧੀ ਗੱਲ ਕਰਾਂਗੇ ਇਹਦੀ ਡੈਫੀਨੇਸ਼ਨ ਦੀ। ਡੈਫੀਨੇਸ਼ਨ ਜਿਹੜੀ ਆਪਾਂ ਕਰੋ ਐਂਡ ਕਰੋ ਜਿਹੜੇ ਨੇ ਉਹਨਾਂ ਦੀ ਕਰਾਂਗੇ। ਲਰਨ ਗਰੋਥ ਰਿਫਰਸ ਟੂ ਸਟਰਕਚਰਲ ਐਂਡ ਫਿਜ਼ੀਓਲੋਜੀਕਲ ਚੇਂਜਸ, ਵਾਈਲ ਡਿਵੈਲਪਮੈਂਟ ਰਿਫਰਸ ਟੂ ਗਰੋਥ ਐਜ਼ ਵੈਲ ਐਜ਼ ਚੇਂਜ ਇਨ ਬਿਹੇਵੀਅਰ। ਤਾਂ ਇਹਦੇ 'ਚ ਕੀ ਆ ਕਿ ਇਹ ਜਿਹੜੀ ਆ ਤੁਹਾਡੀ ਦੋਨਾਂ ਦੀ ਡੈਫੀਨੇਸ਼ਨ ਕਲੀਅਰ ਹੋ ਜਾਂਦੀ ਹੈ ਇਹਦੇ ਨਾਲ। ਸੇਮ ਡੈਫੀਨੇਸ਼ਨ ਤੁਸੀਂ ਗਰੋਥ 'ਚ ਵੀ ਲਿਖ ਸਕਦੇ ਹੋ, ਸੇਮ ਡੈਫੀਨੇਸ਼ਨ ਤੁਸੀਂ ਡਿਵੈਲਪਮੈਂਟ ਦੇ ਵਿੱਚ ਵੀ ਲਿਖ ਸਕਦੇ ਹੋ। ਪਰ ਆਪਾਂ ਦੋ ਡੈਫੀਨੇਸ਼ਨਸ ਲਿਖਣੀਆਂ ਹੁੰਦੀਆਂ, ਜਿਹਦੇ ਵਿੱਚ ਆਪਾਂ ਸੈਕਿੰਡ ਡੈਫੀਨੇਸ਼ਨ ਜਿਹੜੀ ਆ ਉਹ ਲਿਖਾਂਗੇ ਇਨਸਾਈਕਲੋਪੀਡੀਆ ਦੀ। ਬ੍ਰਿਟੈਨਿਕਾ ਇਨਸਾਈਕਲੋਪੀਡੀਆ ਜਿਹੜਾ ਉਹ ਕਹਿੰਦਾ ਐਨ ਇਨਕਰੀਜ਼ ਇਨ ਸਾਈਜ਼ ਔਰ ਦ ਅਮਾਊਂਟ ਆਫ ਐਨ ਐਂਟਿਟੀ। It means growth involves all those structural and physiological changes that take place within individual during the process of maturation। ਜਿਹੜੇ ਕਿ ਮੈਚਿਓਰ ਹੋਣ ਦੇ ਨਾਲ ਉਹਦੇ ਸਰੀਰ ਦੇ ਢਾਂਚੇ ਦੇ ਵਿੱਚ, ਸਰੀਰਕ ਬਣਤਰ ਦੇ ਵਿੱਚ ਜਿਹੜੇ ਚੇਂਜਸ ਆਉਂਦੇ ਨੇ ਉਹਨਾਂ ਨੂੰ ਗਰੋਥ ਕਿਹਾ ਜਾਂਦਾ, ਵਾਧਾ ਕਿਹਾ ਜਾਂਦਾ। ਇਸ ਤੋਂ ਬਾਅਦ ਤੁਸੀਂ ਲਿਖੋਗੇ ਡੈਫੀਨੇਸ਼ਨ ਜਿਹੜੀ ਆ ਮੀਨਿੰਗ ਡਿਵੈਲਪਮੈਂਟ ਦਾ। ਮੀਨਿੰਗ ਕੀ ਹੈ ਡਿਵੈਲਪਮੈਂਟ ਦਾ? Development by contrast refers to qualitative changes
ਇਹ ਗੁਣਵੱਤਾ ਜੇ ਚੇਂਜਸ ਜਿਹੜੇ ਹੁੰਦੇ ਨੇ ਉਹਨਾਂ 'ਤੇ ਟੇਕਿੰਗ ਪਲੇਸ ਸਾਈਮਲਟੇਨੀਅਸਲੀ ਵਿਦ ਕੁਆਂਟੀਟੇਟਿਵ ਚੇਂਜਸ ਆਫ ਗਰੋਥ। ਇਹ ਜਿਹੜੇ ਕੁਆਂਟੀਟੇਟਿਵ ਚੇਂਜਸ ਹੁੰਦੇ ਉਹਨਾਂ ਦੇ ਨਾਲ ਹੀ ਚੱਲਦਾ ਰਹਿੰਦਾ, ਵਿਕਾਸ ਜਿਹੜਾ ਵਾਧੇ ਦੇ ਨਾਲ ਨਾਲ ਚੱਲਦਾ ਰਹਿੰਦਾ। ਡਿਵੈਲਪਮੈਂਟ ਰਿਪਰੈਜ਼ੈਂਟਸ ਚੇਂਜਸ ਇਨ ਐਨ ਆਰਗੈਨਿਜ਼ਮ ਫਰੋਮ ਇਟਸ ਓਰੀਜਨ ਟੂ ਡੈਥ, ਬਟ ਮੋਰ ਪਾਰਟੀਕੂਲਰਲੀ ਦ ਪ੍ਰੋਗਰੈਸਿਵ ਚੇਂਜਸ ਕਿੱਦਾਂ ਦੇ ਹੁੰਦੇ ਆ? ਜਿਵੇਂ ਛੋਟਾ ਬੱਚਾ ਜਿਹੜਾ ਹੈ ਉਹਦੇ ਹੱਥ ਛੋਟੇ ਹੁੰਦੇ ਨੇ, ਹੱਥ ਤਾਂ ਹੁੰਦੇ ਆ ਉਹਦੇ ਕੋਲ ਵੀ 4 ਉਂਗਲਾਂ ਹੁੰਦੀਆਂ, 1 ਅੰਗੂਠਾ ਹੁੰਦਾ, ਮਤਲਬ ਦੋਨੇ ਹੱਥਾਂ ਦਾ ਰਲਾ ਕੇ 8 ਉਂਗਲਾਂ 2 ਅੰਗੂਠੇ ਬਣਦੇ ਆ। ਪਰ ਜਦੋਂ ਤੁਸੀਂ ਬਾਲ ਥਰੋ ਕਰੋਗੇ ਤਾਂ ਉਹ ਦੋਨੋਂ ਹੱਥਾਂ ਨਾਲ ਹੀ ਕੈਚ ਕਰਨ ਦੀ ਕੋਸ਼ਿਸ਼ ਕਰੂਗਾ। ਜਿੱਦਾਂ ਜਿੱਦਾਂ ਵੱਡਾ ਹੁੰਦਾ ਉਹ ਇੱਕ ਹੱਥ ਨਾਲ ਕੈਚ ਵੀ ਕਰ ਲੈਂਦਾ, ਥਰੋ ਵੀ ਕਰਦਾ ਹੈ। ਤਾਂ ਜਿਹੜਾ ਉਹ ਚੇਂਜ ਆਇਆ ਉਹਦੇ 'ਚ ਉਹਨੂੰ ਕੁਆਲੀਟੇਟਿਵ ਚੇਂਜ ਮੰਨਿਆ ਜਾਊਗਾ ਕਿ ਉਹ ਪਹਿਲਾਂ ਦੋਨੋਂ ਹੱਥਾਂ ਨਾਲ ਕੋਸ਼ਿਸ਼ ਕਰਦਾ ਸੀ ਬਾਲ ਕੈਚ ਕਰਨ ਦੀ, ਫੜਨ ਦੀ ਨਹੀਂ ਸੀ ਹੁੰਦੀ, ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਗਿਆ, ਹੱਥ ਵੱਡੇ ਹੁੰਦੇ ਗਏ, ਤਾਂ ਉਸ ਤੋਂ ਬਾਅਦ ਉਹ ਬਾਲ ਨੂੰ ਕੈਚ ਕਰਨ ਲੱਗ ਗਿਆ ਔਰ ਜਾਂ ਬਾਲ ਨੂੰ ਇੱਕ ਹੱਥ ਨਾਲ ਥਰੋ ਕਰਨ ਲੱਗ ਗਿਆ, ਇੱਕ ਹੱਥ ਨਾਲ ਬਾਲ ਨੂੰ ਡਾਇਰੈਕਸ਼ਨਲ ਥਰੋ ਦੇਣ ਲੱਗ ਗਿਆ। ਤਾਂ ਉਹ ਡਿਵੈਲਪਮੈਂਟ ਹੈ। ਡੈਫੀਨੇਸ਼ਨ ਇਹਦੀ ਜੇ ਆਪਾਂ ਦੇਖੀਏ ਤਾਂ ਡੈਫੀਨੇਸ਼ਨ ਕੀ ਹੈ? ਇਨ ਵੈਬਸਟਰਜ਼ ਡਿਕਸ਼ਨਰੀ, ਡਿਵੈਲਪਮੈਂਟ ਇਜ਼ ਡਿਫਾਈਨਡ ਐਜ਼ ਦ ਸੀਰੀਜ਼ ਆਫ ਚੇਂਜਸ ਵਿਚ ਐਨ ਆਰਗੈਨਿਜ਼ਮ undergoes in passing from an embryonic stage to maturity। ਤਾਂ ਵੈਬਸਟਰ ਡਿਕਸ਼ਨਰੀ ਕਹਿੰਦੀ ਆ ਵੀ ਐਮਬ੍ਰਾਇਨਿਕ ਟੂ ਜਦੋਂ ਤੁਸੀਂ ਵੂਮ ਦੇ ਵਿੱਚ ਹੁੰਦੇ, ਗਰਭ ਦੇ ਵਿੱਚ ਹੁੰਦੇ ਹੋ, ਉਦੋਂ ਤੋਂ ਲੈ ਕੇ ਮੈਚੋਰਿਟੀ ਤੱਕ ਜਿਹੜੀਆਂ ਤੁਹਾਡੀਆਂ ਇੱਕ ਪੋਜ਼ੀਟਿਵ ਚੇਂਜਸ ਜਿਹੜੇ ਤੁਹਾਡੇ ਆਉਂਦੇ ਨੇ ਉਹਨਾਂ ਨੂੰ ਡਿਵੈਲਪਮੈਂਟ ਕਿਹਾ ਜਾਂਦਾ। ਆਪਾਂ ਜਿਹੜੀ ਕਰਨੀ ਆ ਉਹ ਕਰਨੀ ਆ ਆਪਾਂ ਪ੍ਰੋ ਐਂਡ ਕ੍ਰੋਸਰ ਦੀ ਹੀ ਕਰਨੀ ਹੈ ਇੱਥੇ। ਅਤੇ ਇਸ ਤੋਂ ਬਾਅਦ ਆਪਾਂ ਇਹ 2 ਤੁਹਾਡੇ ਮੀਨਿੰਗ ਐਂਡ ਡੈਫੀਨੇਸ਼ਨਸ ਜਿਹੜੀਆਂ ਨੇ 4 ਨੰਬਰ ਦਾ ਹੋ ਗਿਆ ਕੁਐਸਚਨ, ਮਤਲਬ ਸ਼ਾਰਟ ਨੋਟ ਹੋ ਗਿਆ ਤੁਹਾਡਾ ਕੰਪਲੀਟ, ਜਿਹਦੇ ਵਿੱਚ ਤੁਸੀਂ ਹਲਕੇ ਫੁਲਕੇ ਦੇ ਕੈਰੈਕਟਰਿਸਟਿਕਸ ਲਿਖ ਸਕਦੇ ਹੋ। ਕੈਰੈਕਟਰਿਸਟਿਕਸ ਜਿਹੜੇ ਨੇ ਉਹ ਡਿਫਰੈਂਸ ਦੇ ਵਿੱਚੋਂ ਹੀ ਨਿਕਲਣੇ ਆ। ਉਹ ਕਿਸ ਤਰੀਕੇ ਨਾਲ ਡਿਫਰੈਂਸ ਦੇ ਵਿੱਚੋਂ ਕੱਢੀ ਦੇ ਆ ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਤਾਂ ਡਿਫਰੈਂਸ ਬਿਟਵੀਨ ਗਰੋਥ ਐਂਡ ਡਿਵੈਲਪਮੈਂਟ ਜੇ ਦੇਖੋਗੇ ਤਾਂ ਮੀਨਿੰਗ ਪਾਰਟ ਨੈਰੋ ਕਨਸੈਪਟ, ਤਾਂ ਇਹਦੇ ਵਿੱਚ ਆਪਾਂ ਗਰੋਥ ਦਾ ਜਦੋਂ ਤੁਸੀਂ ਸ਼ਾਰਟ ਨੋਟ ਲਿਖਣਾ ਉਹਦੇ 'ਚ ਲਿਖ ਦੋਗੇ ਕਿ ਕੈਰੈਕਟਰਿਸਟਿਕਸ ਆਫ ਗਰੋਥ, ਇਟਸ ਅ ਪਾਰਟ, its concept is narrow, it is not continuous, it is intrinsic, it relates to physical maturity, it is structural, it is cellular, it is measurable, growth may or may not bring development। ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਦੇ ਡਿਵੈਲਪਮੈਂਟ ਦੇ ਕੈਰੈਕਟਰਿਸਟਿਕਸ ਲਿਖ ਦੇਣੇ ਨੇ ਜਦੋਂ ਤੁਸੀਂ ਸ਼ਾਰਟ ਨੋਟ ਲਿਖਣਾ ਹੈ। ਤਾਂ ਸਿਰਫ ਇੱਦਾਂ ਹੀ ਸਿੰਗਲ ਲਾਈਨ ਦੇ ਵਿੱਚ ਤੁਸੀਂ ਕੈਰੈਕਟਰਿਸਟਿਕਸ ਲਿਖ ਦੇਣੇ ਤਾਂ ਉਹ ਸ਼ਾਰਟ ਨੋਟ ਤੁਹਾਡਾ ਤਿਆਰ ਹੋ ਜਾਂਦਾ ਔਰ ਵਧੀਆ ਮਾਰਕਸ ਆਉਂਦੇ ਆ। ਅਤੇ ਹੁਣ ਲੌਂਗ ਕੁਐਸਚਨ ਦੀ ਗੱਲ ਕਰੀਏ ਤਾਂ ਪਹਿਲਾਂ ਦੋਨਾਂ ਦੇ ਮੀਨਿੰਗ, ਦੋਨਾਂ ਦੀਆਂ ਡੈਫੀਨੇਸ਼ਨਸ, ਫਿਰ ਉਹਨੂੰ ਐਕਸਪਲੇਨ ਕਰਨਾ ਹੈ। ਸੋਹਣੇ ਤਰੀਕੇ ਨਾਲ ਡੈਫੀਨੇਸ਼ਨ ਲਿਖਣੀਆਂ ਨੇ ਅਤੇ ਕੋਸ਼ਿਸ਼ ਕਰਿਓ ਜਦੋਂ ਤੁਸੀਂ ਡੈਫੀਨੇਸ਼ਨ ਲਿਖਦੇ ਹੁੰਦੇ ਹੋ ਜਿੱਥੇ ਡੈਫੀਨੇਸ਼ਨ ਲਿਖੀ ਉੱਥੇ ਬ੍ਰੇਸਿਸ ਬਣਾਓ ਇੱਦਾਂ ਦੋਨੇ ਪਾਸੇ, ਫਿਰ ਵਿੱਚ ਡੈਫੀਨੇਸ਼ਨ ਲਿਖੋ ਔਰ ਕੀਵਰਡ ਜਿਹੜੇ ਨੇ ਉਹ ਪੈਨਸਿਲ ਦੇ ਨਾਲ ਇਸ ਤਰ੍ਹਾਂ ਅੰਡਰਲਾਈਨ ਕਰੋ ਜਿਹੜੇ ਕੀਵਰਡਸ ਨੇ। ਜਿਵੇਂ ਆਪਾਂ ਜੇ ਡੈਫੀਨੇਸ਼ਨ ਦੇਖੀਏ, ਮੰਨ ਲਓ JE ਐਂਡਰਸਨ ਸਰ ਦੀ ਤੁਸੀਂ ਕਰਨੀ ਹੈ ਡੈਫੀਨੇਸ਼ਨ, ਤਾਂ ਡਿਵੈਲਪਮੈਂਟ ਡਜ਼ ਨੋਟ ਆਪਾਂ ਕਰਾਂਗੇ ਡਜ਼ ਨੋਟ ਕੰਸਿਸਟ ਮੇਅਰਲੀ ਐਡਿੰਗ ਇੰਚਸ ਟੂ ਵਨਸ ਹਾਈਟ, ਠੀਕ ਹੈ, ਇਜ਼ ਅ ਕੰਪਲੈਕਸ ਪ੍ਰੋਸੈਸ ਆਫ ਇੰਟੀਗ੍ਰੇਟਿੰਗ ਮੈਨੀ ਸਟਰਕਚਰਸ ਐਂਡ ਫੰਕਸ਼ਨਸ। ਤਾਂ ਇਹ ਹੋ ਗਿਆ ਆਪਣਾ ਜਿਹੜੀ ਆਪਾਂ ਅੰਡਰਲਾਈਨ ਕਰਨੀ ਹੈ ਪੈਨਸਿਲ ਦੇ ਨਾਲ ਔਰ ਇਸ ਤਰ੍ਹਾਂ ਬ੍ਰੇਸਿਸ ਬਣਾਉਣੇ ਆਪਾਂ ਬਲੈਕ ਪੈਨ ਦੇ ਨਾਲ। ਤਾਂ ਉਹ ਦੇਖਣ ਦੇ ਵਿੱਚ ਐਗਜ਼ਾਮੀਨਰ ਨੂੰ ਬਹੁਤ ਸੋਹਣਾ ਲੱਗਦਾ ਹੈ ਔਰ ਤੁਹਾਡੇ ਇੱਕ ਪ੍ਰੈਜੈਂਟੇਸ਼ਨ ਅੱਛੀ ਹੋ ਜਾਂਦੀ ਹੈ ਔਰ ਅੱਛੀ ਪ੍ਰੈਜੈਂਟੇਸ਼ਨ ਦੇ ਤੁਹਾਨੂੰ ਮਾਰਕਸ ਨੋ ਡਾਊਟ ਮਿਲਦੇ ਹੀ ਮਿਲਦੇ ਨੇ। ਫਿਰ ਆਪਾਂ ਲਿਖਣਾ ਡਿਫਰੈਂਸਿਸ ਬਿਟਵੀਨ ਦ ਗਰੋਥ ਐਂਡ ਡਿਵੈਲਪਮੈਂਟ। ਤਾਂ ਇਹਦੇ 'ਚ ਤੁਸੀਂ ਕੀ ਕਰਨਾ, ਤੁਸੀਂ ਇੱਦਾਂ ਕਲਾਊਡ ਬਣਾ ਲਿਓ, ਇਹਨੂੰ ਇੱਦਾਂ ਕਲਾਊਡ ਬਣਾ ਲਓ ਅਤੇ ਸੈਂਟਰ 'ਚ ਲਿਖੋ, ਦੇਖਣ 'ਚ ਬਹੁਤ ਪਿਆਰਾ ਲੱਗਦਾ ਇਹ। ਔਰ ਉਸ ਤੋਂ ਬਾਅਦ ਤੁਸੀਂ ਲਿਖਣਾ ਹੈ ਕਿ growth and development is one of the important studies of the teachers and parents। ठीक है, आ लिख सकते हो या लिख सकते हो growth and development is the two sides of the same coin which have differences but stays together। ਤੇ ਇਹੋ ਜਿਹਾ ਲਿਖ ਕੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਟੇਬਲ ਬਣਾਵਾਂਗੇ, ਲੈਫਟ ਸਾਈਡ 'ਤੇ ਆਪਾਂ ਗਰੋਥ ਲਿਖਾਂਗੇ, ਰਾਈਟ ਸਾਈਡ ਦੇ ਉੱਤੇ ਆਪਾਂ ਡਿਵੈਲਪਮੈਂਟ ਲਿਖਾਂਗੇ। ਤਾਂ ਫਸਟ ਪੁਆਇੰਟ ਆਪਣੇ ਕੋਲ ਆ ਜਾਂਦਾ ਮੀਨਿੰਗ। growth ਦਾ ਮੀਨਿੰਗ ਕੀ ਹੈ? growth is a process of expanding or becoming large over a certain period, or in other words it is a term which depicts quantitative enlargement of a particular thing। ਕਿ quantitative ਗੁਣ ਉਹਦੇ ਜਿਹੜੇ ਆ ਗਿਣਾਤਮਕ ਜਿਹੜੇ ਉਹਦੇ ਨੇ ਉਹਦੇ 'ਚ ਵਾਧਾ ਹੋ ਰਿਹਾ ਆ, ਵੀ ਉਹਦੇ ਆਕਾਰ ਦੇ ਵਿੱਚ ਵਾਧਾ ਹੋ ਰਿਹਾ ਜਿਹਨੂੰ ਮਿਣਿਆ ਜਾਂ ਗਿਣਿਆ ਜਾ ਸਕਦਾ ਆ। ਡਿਵੈਲਪਮੈਂਟ ਜਿਹੜੀ ਹੁੰਦੀ ਹੈ ਉਹ ਹੁੰਦੀ ਆ ਕੁਆਲੀਟੇਟਿਵ, ਕਿ ਉਹਦੇ ਗੁਣਾਂ ਦੇ ਵਿੱਚ ਵਾਧਾ ਹੋ ਰਿਹਾ, ਉਹਦੇ ਜਿਹੜੀਆਂ ਐਕਟੀਵਿਟੀਜ਼ ਨੇ ਉਹਦੇ ਵਿੱਚ ਵਾਧਾ ਹੋ ਰਿਹਾ। ਗਰੋਥ ਨੂੰ ਇੱਕ ਪਾਰਟ ਮੰਨਿਆ ਜਾਂਦਾ ਵੀ ਗਰੋਥ ਜਿਹੜਾ ਉਹ ਪੂਰੇ ਪ੍ਰੋਸੈਸ ਦਾ
एक डिवेलपमेंट नूं वड्डा प्रोसैस मन्निया जांदा। इहदे नाल तुसीं एक डायग्राम बना सकते हो, जिवें आ पॉइंट जो लिखोगे ना उत्थे एक डायग्राम बना सकते हो इस तरह पी, इदां पी उहदे च लिख दिओ जी मीनस ग्रोथ, तो एक छोटा जिहा सर्कल बना के उहदे च लिख दिओ इदां डी मीनस डिवेलपमेंट, कि ग्रोथ जिहड़ा वो बहुत वड्डा एरिया उहदा और डिवेलपमेंट उहदा एक छोटा जिहा पार्ट है। तो फिर आपां लिख देंगे कि डिवेलपमेंट आपां लिख देंगे इट इज़ वाइडर, इट इज़ कॉम्प्रीहेंसिव, इहदा जिहड़ा दायरा है वो ज़्यादा वड्डा है। नैरो कॉन्सैप्ट, growth is used in a narrow sense of which describes the particular changes in body, ਜਿਹੜੇ ਬੋਡੀ ਦੇ ਅੰਗਾਂ ਦੇ ਵਿੱਚ ਜਿਹੜੇ ਪਾਰਟੀਕੂਲਰ ਚੇਂਜ ਆਉਂਦੇ ਆ, ਜਿਵੇਂ ਮੰਨ ਲਓ ਹੱਥ ਜਿਹੜੇ ਨੇ ਪਹਿਲਾਂ ਛੋਟੇ ਹੁੰਦੇ ਆ ਫਿਰ ਵੱਡੇ ਹੋ ਜਾਂਦੇ ਨੇ, ਆਈਬੋਲਸ ਆਪਣੀਆਂ ਛੋਟੀਆਂ ਹੁੰਦੀਆਂ ਫਿਰ ਵੱਡੀਆਂ ਹੋ ਜਾਂਦੀਆਂ, ਦੰਦ ਪਹਿਲਾਂ ਕੋਈ ਵੀ ਨਹੀਂ ਹੁੰਦਾ ਫਿਰ ਬੱਚੇ ਦੇ 2 ਦੰਦ ਹੁੰਦੇ ਆ, 4 6 8 ਇੱਦਾਂ ਵੱਧਦੇ ਵੱਧਦੇ, ਔਰ ਜਿੱਦਾਂ ਆਪਾਂ ਮੈਚਿਓਰ ਹੁੰਦੇ ਆ ਆਪਣੇ 26 28 ਅਤੇ ਕਈ ਲੋਕਾਂ ਦੇ ਪੂਰੇ 32 ਦੰਦ ਹੁੰਦੇ ਨੇ। ਬਰੋਡਰ ਕੌਨਸੈਪਟ ਡਿਵੈਲਪਮੈਂਟ ਜਿਹੜੀ ਆ ਬਰੋਡਰ ਕੌਨਸੈਪਟ ਆ ਉਹ ਸਾਰੀ ਜ਼ਿੰਦਗੀ ਆਪਣੇ ਚੇਂਜਸ ਜਿਹੜੇ ਹੁੰਦੇ ਰਹਿੰਦੇ ਨੇ। ਜਿਵੇਂ ਆਪਾਂ ਨੂੰ ਪਹਿਲਾਂ ਖੇਡਣ ਕੁੱਦਣ ਦੀ ਆਪਣੇ 'ਚ ਉਹ ਆਉਂਦੇ ਆ क्षमता आउंदी है, उस तो बाद आप पढ़न लगते हैं, आपको समझ आने लगदियाँ चीज़ां, उस तो बाद आपको करियर का पता लगता, फिर जॉब अपॉर्चुनिटीज़ का पता लगता, फिर आप कमाउण लगते हैं, फिर आप सियाणे हो जाते हैं, घर संभालते हैं। तो वो सारिया चीज़ां जिहड़े डिवेलपमेंट है वो ता उम्र चलती रहती है बंदे की। ग्रोथ नॉट कंटीन्यूअस, उही गल आ गई कि ग्रोथ जिहड़ी वो कंटीन्यूअस नहीं हुंदी। ग्रोथ जिहड़ी आ उहदे च मैं पढ़िया सीगा कि 22 साल तक जिहड़ा अपना सरीरक वाधा हुंदा, 24 साल की उम्र तक जिहड़ियां अपनियां अखां दा आकार हुंदा वो मोटा हुंदा है। तो इस तरह अड अड शरीरक हिस्से ने जिहड़े वधदे रहिंदे आ, पर जिहड़े नौह ते वाल ये 2 चीज़ां ने जिहड़ियां अपनियां मतलब वाल तां ला लो झड़दे भी ने कई लोकां दे, पर नौह जिहड़े ने वो मरदी दम तक अपने वधदे रहिंदे ने। तो वो एक डिफरेंट है, पर ग्रोथ हाँ जी नॉट कंटीन्यूअस है, एक मैच्योरिटी लैवल होंगे जिथे जाके तुहाडी ग्रोथ रुक जाती है। जिवें एक गाने च कहा गया कि अकल आउण दी उम्र आखिरी 26 होंदी है, तो डॉक्टर्स भी ये दसदे ने कि जे 26 साल की उम्र तक तुहाडी अकल दाड़ जिन्हों कहने आपां दी मेन मोलर्स जिहड़ा हुंदा वो जे आ जाए विजडम टूथ, सच विजडम टूथ जे तुहाडा आ गया 26 साल की उम्र तक तो आ गया, नहीं उस तो बाद आउणा बहुत औखा हुंदा उहदा ते तंग भी करता। तो डिवेलपमेंट की गल करिए, डिवेलपमेंट जी कंटीन्यूअस होंगी है, बचपन तो लैके मरदे दम तक तुहाडी जिहड़ी विकास है वह चलता ही रहिंदा है। ग्रोथ इंट्रिंसिक है, इंट्रिंसिक की है, इंट्रिंसिक मतलब कि ऑर्गेनिज्म दे इनहेरेंट है, इनहेरेंट है कि जिहड़े तुहाडे सैलूलर चेंजिस हुंदे ने है ना उहदे तो होनी है ये डिवेलप ग्रोथ तुहाडी जिहड़ा वाधा है तुहाडा। जे तुसीं वधिया खाण पान रखोगे, अपना डाइट वधिया रखोगे, तुहाडा वाधा वधिया हो जाऊगा, डाइट नहीं वधिया रखोगे तो वाधा नहीं वधिया होगा। पर जिहड़ी डिवेलपमेंट वो इंट्रिंसिक भी है एक्सट्रिंसिक भी है। इंट्रिंसिक किवें आ कि खाण पीण वधिया रखोगे, डाइट वधिया तो वाधा वधिया होया, इट मीनस तुहाडा विकास अच्छा हो जाऊगा क्योंकि दिमाग वधिया चल रहा, तुसीं दौड़ भज वधिया रहे हो तो तुहाडे मसल्स का विकास हुंदा रहूगा। जे तुसीं अच्छा खाना खाधा होया है, हैल्दी डाइट लई हुई है, तुसीं पढ़न बैठे हो तो तुहानूं समझ छेती आऊगा। जिवें कहंदे आ अखरोट जिहड़े बच्चे हुण जिवें गर्मियां चल रही ने तो रात वेले तुसीं 10 बदाम 10 किशमिश जिन्हों सौगी कहंदे आ रेजन्स और 2 अखरोट के पीस राती भिओं के रख दो, सवेरे उठ के तुसीं दुध नाल चबा के खाने 1 गिलास दुध नाल और ब्रेकफास्ट च उही लेना बस। तो उहदे नाल तुहाडे दिमाग की एक कसरत हुंदी है और दिमाग नूं न्यूट्रीएंट्स मिलदे आ, तुहाडा विकास ज़्यादा हुंदा है। तो एक्सट्रेंसिक की जे आपां गल करिए, एक्सट्रेंसिक की है कि साइकोफिजिकल सिस्टम एक हुंदा है कि साइकोलॉजिकली तुहाडे ते इफैक्ट पैंदा है। जदों तुसीं अपनी क्लास दे विच टीचर बच्चिआं नाल अपने क्लासमेट्स नाल गल्लां करदे हो, तुसीं उन्हां नाल बहुत खुल के अपने विचार पेश करदे, पर जदों टीचर क्लास दे विच पुछदा कि तुसीं अपनी गल दसो तो तुसीं झिझक जांदे हो, तुहानूं आंदा हुंदा आंसर पर तुसीं झिझक जांदे हो। तो एक्सट्रिंसिक फैक्टर ने जिहड़े डिवेलपमेंट नूं किते ना किते जिहड़े आ विकास दे विच हुंदे आ। ते उसे तरह जे टीचर फ्रेंडली होवे, टीचर तुहानूं कहे कोई चक्कर नहीं, गलत हुंदा ही नहीं आंसर कोई स्टूडेंट दा, तां तुहानूं मोटिवेट कर सकदा, तो उस हिसाब नाल तुहाडा विकास अगे हुंदा रहिंदा है। नैक्सट पॉइंट जिहड़ा है, नैक्सट पॉइंट हैगा कि ग्रोथ जिहड़ी आ वो फिजिकल मैच्योरिटी है, कि सिर्फ अपनी फिजिकल मैच्योरिटी और एजिंग अपनी उम्र दे नाल संबंधित है। डिवेलपमेंट जिहड़ी आ मैनी फैक्टर्स ने उहदे च फिजिकल मैच्योरिटी है, लर्निंग है, एनवायरमेंटल कंडीशनस ने, अपना बिहेवियर है, अपनी आउटलुक है, अपनी कैपेबिलिटीज़ ने, एबिलिटीज़ ने, अपनी हैबिट्स ने, वो सारा आ जाता उहदे च। नैक्सट पॉइंट जे आपां करिए तो ग्रोथ स्ट्रक्चरल है। स्ट्रक्चरल किवें कि यह अपने शरीरक ढांचे दे
ਵਿੱਚ ਸਿਰਫ ਇੰਪਰੂਵਮੈਂਟ ਕਰਨ ਦੇ ਇੱਕ ਪੱਖ ਤੋਂ ਦੇਖੀ ਜਾਂਦੀ ਹੈ। ਜਿਵੇਂ ਬੱਚੇ ਦਾ ਕੱਦ ਵੱਧਦਾ ਹੈ ਨਾ, ਹੁਣ ਕੱਦ ਵੱਧ ਗਿਆ, ਉਹਦਾ ਲੰਬਾ ਹੋ ਗਿਆ, ਹੱਥ ਲੰਬੇ ਹੋ ਗਏ, ਪੈਰ ਵੱਡੇ ਹੋ ਗਏ, ਉਹਦਾ ਮੂੰਹ ਵੱਡਾ ਹੋ ਗਿਆ, ਸਿਰ ਵੱਡਾ ਹੋ ਗਿਆ, ਦੰਦ ਉਹਦੇ ਸਾਰੇ ਆ ਗਏ। ਪਰ ਸਟਰਕਚਰਲ ਐਜ਼ ਵੈਲ ਐਜ਼ ਫੰਕਸ਼ਨਲ ਡਿਵੈਲਪਮੈਂਟ ਜਿਹੜੀ ਉਹ ਸਟਰਕਚਰਲ ਅਤੇ ਫੰਕਸ਼ਨਲ ਹੁੰਦੀ ਹੈ। ਡਿਵੈਲਪਮੈਂਟ ਦੇ ਵਿੱਚ ਇਹ ਹੋ ਗਿਆ ਵੀ ਦੰਦ ਸਾਰੇ ਆ ਗਏ, ਮੂੰਹ ਵੀ ਵੱਡਾ ਹੋ ਗਿਆ, ਉਹਦੀ ਵਿਕਾਸ ਕੀ ਹੋਇਆ। ਫੰਕਸ਼ਨਲ ਕੀ ਹੋਇਆ ਕਿ ਉਹ ਆਪਣੇ ਮੂੰਹ ਨਾਲ ਦੰਦਾਂ ਨਾਲ ਬਾਈਟ ਕਰਨ ਲੱਗਿਆ। ਐਪਲ ਲਿਆ ਬੱਚੇ ਨੇ, ਹੱਥ ਨਾਲ ਇੱਦਾਂ ਐਪਲ ਫੜਿਆ, ਆਪਣੇ ਇੱਕ ਹੱਥ 'ਚ ਐਪਲ ਫੜਿਆ, ਬਾਈਟ ਕੀਤੀ ਉਹਨੇ, ਬਾਈਟ ਕਰਕੇ ਉਹਨੇ ਆਪੇ ਆਪ ਚਿਊ ਕੀਤਾ, ਚਿਊ ਕਰਕੇ ਉਹਨੇ ਗੈਲਪ ਕੀਤਾ। ਤਾਂ ਸਾਰੇ ਆਹ ਫੰਕਸ਼ਨਲ ਆ ਗਈਆਂ ਆਪਣੀਆਂ। ਉਸ ਤੋਂ ਬਾਅਦ ਗੱਲ ਕਰੀਏ ਆਪਾਂ ਤਾਂ ਗਰੋਥ ਜਿਹੜੀ ਆ ਉਹ ਸੈਲੂਲਰ ਹੈ। ਉਹ ਸੈਲੂਲਰ ਹੁੰਦੀ ਆ, ਉਹ ਸਿਰਫ ਮਲਟੀਪਲੀਕੇਸ਼ਨ ਆਫ ਸੈਲਸ ਹੁੰਦੇ ਆ। ਇੱਦਾਂ ਹੀ ਲਿਖਣਾ ਵੀ ਜਿਹੜੇ ਆਪਣੇ ਆਪਣੇ ਸਰੀਰਕ ਸੈੱਲ ਹੁੰਦੇ ਨੇ ਉਹਨਾਂ ਦਾ ਗੁਣਾਤਮਕ ਜਿਹੜਾ ਆ ਉਹੀ ਹੁੰਦਾ, ਇਹ ਗਰੋਥ ਹੁੰਦੀ ਹੈ। ਅਤੇ ਜਿਹੜੀ ਡਿਵੈਲਪਮੈਂਟ ਆ ਉਹ ਔਰਗਨਾਈਜੇਸ਼ਨਲ ਆ। ਔਰਗਨਾਈਜੇਸ਼ਨਲ ਕਿਵੇਂ ਆ ਕਿ ਜਿੰਨੀ ਗਰੋਥ ਹੋਈ ਆ ਸਾਰੇ ਸਰੀਰ ਦੇ ਵਿੱਚ, ਉਹ ਜਿੰਨੀ ਗਰੋਥ ਹੋਈ ਆ, ਜਿਸ ਤਰੀਕੇ ਨਾਲ ਉਹ ਗਰੋਥ ਹੋਈ ਆ, ਮੈਚੂਰੇਸ਼ਨ ਹੋਈ ਆ, ਇੰਟਰੈਕਸ਼ਨ ਵਿਦ ਐਨਵਾਇਰਨਮੈਂਟ ਉਹਦਾ, ਮੰਨ ਲਓ ਸੈਲੂਲਰ ਗਰੋਥ ਹੋ ਗਈ ਸਾਰੀ ਹੈ ਨਾ, ਮੇਰੇ ਦਿਮਾਗ ਦਾ ਵਾਧਾ ਹੋ ਗਿਆ। ਫਿਰ ਮੈਂ ਪੜ੍ਹਿਆ ਕਿਸੇ ਚੀਜ਼ ਨੂੰ, ਪੜ੍ਹ ਕੇ ਜਿਵੇਂ ਮੈਂ ਆਹ ਸਾਈਕੋਲੋਜੀ ਪਹਿਲਾਂ B.Ed ਦੇ ਵਿੱਚ ਪੜ੍ਹੀ, ਫਿਰ M.Ed ਦੇ ਵਿੱਚ ਪੜ੍ਹੀ, ਸਾਈਕੋਲੋਜੀ ਪੜ੍ਹੀ, ਉਹਨੂੰ ਧਿਆਨ ਨਾਲ ਸਮਝਿਆ, ਫਿਰ ਮੈਂ ਪੜ੍ਹਾ ਰਿਹਾ 4 ਸਾਲ ਤੋਂ। ਤਾਂ ਉਹਦੇ ਨਾਲ ਕੀ ਫ਼ਰਕ ਪਿਆ ਕਿ ਮੈਨੂੰ ਇਹ ਚੀਜ਼ ਪਤਾ ਲੱਗ ਗਈ ਕਿ ਕਿਸ ਤਰੀਕੇ ਨਾਲ ਕਿੰਨਾ ਕੁ ਬਰੀਫ ਆਪਾਂ ਪੜ੍ਹਾਉਣਾ। ਤਾਂ ਉਹ ਵਿਕਾਸ ਆ, ਉਹ ਔਰਗਨਾਈਜੇਸ਼ਨਲ ਸਟਰਕਚਰ ਬਣ ਗਿਆ ਮੇਰੇ ਦਿਮਾਗ ਦੇ ਵਿੱਚ। ਤਾਂ ਇਹ ਮੇਰਾ ਵਿਕਾਸ ਆ। ਔਰਗਨਾਈਜੇਸ਼ਨਲ ਕਿਵੇਂ ਹੈ ਕਿ ਮੇਰਾ ਦਿਮਾਗ ਦਾ ਵਾਧਾ ਹੋਇਆ ਸੀ, ਉਸ ਤੋਂ ਬਾਅਦ ਮੈਂ ਇੱਕ ਸਟਰਕਚਰ ਬਣਾਇਆ ਕਿ ਕਿੰਨੀ ਕੁਆਂਟਿਟੀ ਜਿਹੜੀ ਆ ਉਹ ਮੈਂ ਮੈਮੋਰਾਈਜ਼ ਕਰ ਸਕਦਾ। ਉਸ ਤੋਂ ਬਾਅਦ ਉਹਨੂੰ ਲਰਨਿੰਗ 'ਚ ਕਨਵਰਟ ਕੀਤਾ, ਲਰਨਿੰਗ ਤੋਂ ਨੌਲੇਜ ਦੇ ਵਿੱਚ ਕਨਵਰਟ ਕੀਤਾ, ਅਤੇ ਹੁਣ ਮੈਂ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਗਰੋਥ ਮੇਜ਼ਰੇਬਲ ਹੈ, ਇਹਨੂੰ ਮੇਜਰ ਕੀਤਾ ਜਾ ਸਕਦਾ ਹੈ। ਜਿਵੇਂ ਬਾਂਹ ਨੂੰ ਮੇਜਰ ਕੀਤਾ ਜਾ ਸਕਦਾ, ਹਾਈਟ ਮੇਜਰ ਕਰਦੇ ਹਾਂ, ਵੇਟ ਮੇਜਰ ਕਰਦੇ ਹਾਂ ਆਪਾਂ, ਹੈ ਨਾ, ਆਪਣੇ ਸਾਈਜ਼ ਮੇਜਰ ਕਰਦੇ ਹਾਂ। ਪਰ ਜਿਹੜੀ ਡਿਵੈਲਪਮੈਂਟ ਹੈ ਇਹਦੀ ਅਸੈਸਮੈਂਟ ਹੁੰਦੀ ਹੈ। ਅਸੈਸਮੈਂਟ ਆਫ ਡਿਵੈਲਪਮੈਂਟ ਕਿਵੇਂ ਹੁੰਦੀ ਹੈ? ਜਦੋਂ ਛੋਟਾ ਬੱਚਾ ਹੁੰਦਾ, ਤੁਸੀਂ ਆਮ ਕਰਕੇ ਸੁਣਿਆ ਹੋਣਾ ਆਪਣੇ ਘਰਾਂ 'ਚ, ਹੈ ਨਾ, ਵੀ 1.5 ਸਾਲ ਦਾ ਹੋ ਗਿਆ, ਇਹ ਤੁਰੰਤ ਤਾਂ ਲੱਗ ਜਾਣਾ ਚਾਹੀਦਾ ਸੀ ਇਹਨੂੰ, ਜਾਂ 2 ਸਾਲ ਦਾ ਹੋ ਗਿਆ ਹਾਲੇ ਤੱਕ ਤੁਰਦਾ ਨਹੀਂ। ਤਾਂ ਇਹ ਅਸੈਸਮੈਂਟ ਹੈ ਕਿ ਜੇ 2 ਸਾਲ ਦਾ ਹੋ ਗਿਆ ਤਾਂ ਇਹਦੇ ਵਿਕਾਸ ਦੀ ਅਸੈਸਮੈਂਟ ਇਹ ਆ ਵੀ ਇਹਨੂੰ ਤੁਰਨ ਲੱਗ ਜਾਣਾ ਚਾਹੀਦਾ, ਇਹਨੂੰ ਛੋਟੇ ਵਰਡਸ ਬੋਲਣੇ ਚਾਹੀਦੇ, ਮਮਾ, ਪਾਪਾ, ਦਾਦਾ, ਦਾਦੀ, ਦੇ ਦੋ, ਲੈ ਲਓ, ਗਾਗਾ, ਇੱਦਾਂ ਬੋਲਣਾ ਚਾਹੀਦਾ ਇਹਨੂੰ। ਤਾਂ ਇਹ ਅਸੈਸਮੈਂਟ ਹੁੰਦੀ ਹੈ, ਇਹਨੂੰ ਆਪਾਂ ਅਸੈਸ ਕਰ ਸਕਦੇ ਹਾਂ ਜਿਹੜਾ ਵਿਕਾਸ ਆ। ਜਿਵੇਂ ਜਿਹੜੇ ਤੁਹਾਡੇ ਪੇਪਰ ਹੋਣੇ ਆ ਉਹਨੂੰ ਅਸੈਸਮੈਂਟ ਕਿਹਾ ਜਾਂਦਾ, ਉਹਨੂੰ ਅਸੀਂ ਇਵੈਲੂਏਟ ਕਰਦੇ ਹਾਂ, ਕਿਉਂਕਿ ਉਹ ਤੁਹਾਡੇ ਵਿਕਾਸ ਨੂੰ ਅਸੀਂ ਮਾਪਦੇ ਹਾਂ। ਜਿਵੇਂ ਅਸਾਈਨਮੈਂਟਸ ਹੁੰਦੀਆਂ ਨੇ, ਤੁਹਾਡੇ ਪ੍ਰੋਜੈਕਟਸ ਹੁੰਦੇ ਨੇ, ਤੁਹਾਡੇ ਜਿਹੜੇ ਹੁੰਦੇ ਨੇ ਸੈਸ਼ਨਲ ਵਰਕ ਹੁੰਦੇ ਨੇ, ਉਹਦੇ 'ਚ ਅਸੀਂ ਤੁਹਾਡੇ ਹੋਏ ਵਿਕਾਸ ਦੇ ਵਿੱਚ, ਵੀ ਤੁਸੀਂ BA ਤੋਂ MA ਤੋਂ ਬਾਅਦ ਮਾਸਟਰਸ ਜਾਂ ਗ੍ਰੈਜੂਏਸ਼ਨ ਤੋਂ ਬਾਅਦ B.Ed ਦੇ ਵਿੱਚ ਸਾਡੇ ਕੋਲ ਆਏ, ਔਰ B.Ed ਦੇ ਵਿੱਚ ਪੜ੍ਹਨ ਤੋਂ ਬਾਅਦ ਤੁਹਾਡੇ ਕਿੰਨਾ ਵਿਕਾਸ ਹੋਇਆ, ਬੌਧਿਕ ਵਿਕਾਸ ਤੁਹਾਡਾ ਕਿੰਨਾ, ਉਹਨੂੰ ਅਸੀਂ ਅਸੈਸ ਕਰਦੇ ਹਾਂ। ਗਰੋਥ ਜਿਹੜੀ ਹੈ may not bring ਡਿਵੈਲਪਮੈਂਟ। ਤੁਸੀਂ ਦੇਖਿਆ ਹੋਊਗਾ ਕਈ ਬੱਚੇ ਜਿਹੜੇ ਨੇ ਜਿਨ੍ਹਾਂ ਦਾ ਦਿਮਾਗੀ ਵਿਕਾਸ ਜਿਹੜਾ ਆ ਉਹ ਕਿਸੇ ਕਾਰਨਾਂ ਕਰਕੇ ਨਹੀਂ ਹੋ ਪਾਉਂਦਾ, ਤਾਂ ਉਹ ਬੱਚੇ ਜਿਹੜੇ ਨੇ ਉਹਨਾਂ ਦਾ ਵਾਧਾ ਤਾਂ ਸੰਪੂਰਨ ਹੁੰਦਾ ਕਿ ਉਹ ਦੇਖਣ ਦੇ ਵਿੱਚ ਪੂਰੇ ਹਾਈਟ, ਹੈਂਡਸ, ਫੀਟ, ਸ਼ਕਲ, ਆਈਜ਼, ਸਭ ਕੁਝ ਉਹਨਾਂ ਦਾ ਮਤਲਬ ਵਧਿਆ ਹੋਇਆ ਹੁੰਦਾ, ਇੱਕ ਮੈਚਿਓਰ ਬੰਦੇ ਵਰਗਾ ਹੁੰਦਾ। ਪਰ ਜਿਹੜਾ ਦਿਮਾਗੀ ਵਿਕਾਸ ਹੈ ਉਹਨਾਂ ਦਾ ਨਹੀਂ ਹੁੰਦਾ, ਔਰ ਉਹਦੇ ਕਰਕੇ ਉਹ ਬੱਚਿਆਂ ਦੀ ਤਰ੍ਹਾਂ ਬਿਹੇਵ ਕਰਦੇ, ਉਹਨਾਂ ਤੋਂ ਕੈਚ ਨਹੀਂ ਹੁੰਦਾ, ਉਹ ਦੌੜਦੇ ਹੋਏ ਡਿੱਗ ਜਾਂਦੇ ਆ, ਦੌੜ ਨਹੀਂ ਪਾਉਂਦੇ, ਉਹਨਾਂ ਨੂੰ ਆਪਣੇ ਸ਼ੂਲੇਸਿਸ ਬੰਨਣੇ ਨਹੀਂ ਆਉਂਦੇ ਹੁੰਦੇ, ਕਾਫੀ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ। ਅਤੇ ਡਿਵੈਲਪਮੈਂਟ ਜਿਹੜੀ ਹੈ ਉਹ ਗਰੋਥ ਤੋਂ ਬਿਨਾਂ ਵੀ ਪੋਸੀਬਲ ਹੈ। ਇਹ ਬਹੁਤ ਵਧੀਆ ਮੈਨੂੰ ਪੁਆਇੰਟ ਲੱਗਦਾ ਹੁੰਦਾ ਵੀ ਗਰੋਥ ਤੋਂ ਬਿਨਾਂ ਕਿਵੇਂ ਪੋਸੀਬਲ ਹੈ। ਇਹ ਗਰੋਥ ਤੋਂ ਬਿਨਾਂ ਪੋਸੀਬਲ ਇੱਦਾਂ ਹੈ ਜੀ ਕਿ ਤੁਸੀਂ ਉਹ 'ਚ ਦੇਖਿਓ, ਉਹਦੇ 'ਤੇ ਗੂਗਲ 'ਤੇ ਸਰਚ ਕਰਿਓ ਦੀ ਸ਼ਾਰਟੈਸਟ ਫੀਮੇਲ ਸਿੰਗਰ ਇਨ ਇੰਡੀਆ। ਤਾਂ ਉਹ ਸਲਮਾਨ ਖਾਨ ਦੇ ਇੱਕ ਸ਼ੋਅ ਦੇ ਵਿੱਚ ਆਈ ਹੋਈ ਸੀ ਸਲਮਾਨ ਖਾਨ ਨੂੰ ਮਿਲਣ ਲਈ। ਇੱਕ ਸ਼ਾਰਟੈਸਟ ਮੈਨ ਇਨ ਦਾ ਵਰਲਡ, ਹੈ ਨਾ, ਸਮੋਲੈਸਟ ਮੈਨ ਇਨ ਦਾ ਵਰਲਡ। ਤਾਂ ਉਹ ਬਹੁਤ ਸਮੋਲ ਹੈ, ਉਹਦਾ ਸਾਈਜ਼ ਮੈਂ ਕਿਹਾ ਉਹ 2.5 ਫੁੱਟ ਦਾ ਹੈ, ਜਿਹੜਾ ਮੇਲ ਹੈ 2.5 ਜਾਂ 3.25 ਫੁੱਟ ਦਾ। ਅਤੇ ਉਹਦੀ ਮਤਲਬ ਗਰੋਥ ਨਹੀਂ ਹੋਈ, ਉਹਦਾ ਵਾਧਾ ਨਹੀਂ ਹੋਇਆ, ਪਰ ਵਿਕਾਸ ਪੂਰਾ ਹੋਇਆ। ਉਹ ਗ੍ਰੈਜੂਏਟ ਹੈ ਔਰ ਬਹੁਤ ਲਰਨਡ ਪਰਸਨ ਹੈ, ਬਹੁਤ ਵਧੀਆ ਉਹਦੀ ਨੇਚਰ ਹੈ। ਤਾਂ 1-2 ਵੀਡੀਓਜ਼ ਉਹਦੀਆਂ ਮੈਂ YouTube 'ਤੇ ਵੀ ਦੇਖੀਆਂ ਸੀ, ਤੁਸੀਂ YouTube 'ਤੇ ਸਰਚ ਕਰ ਸਕਦੇ ਹੋ। ਤਾਂ ਡਿਵੈਲਪਮੈਂਟ ਜਿਹੜੀ ਹੈ, ਵਿਕਾਸ ਜਿਹੜਾ ਉਹ ਵਾਧੇ ਤੋਂ ਬਿਨਾਂ
ਪੋਸੀਬਲ ਹੈ। ਤਾਂ ਇਹ ਸਾਰੇ ਸੀਗੇ ਸਟੈਪਸ ਜਿਹੜੇ ਇਹਨਾਂ 'ਚ ਡਿਫਰੈਂਸਿਸ ਨੇ। ਜੇ ਤੁਹਾਨੂੰ ਡਿਫਰੈਂਸਿਸ 4 ਨੰਬਰ 'ਚ ਆ ਜਾਂਦੇ ਆ, ਸ਼ਾਰਟ ਕੁਐਸਚਨ 'ਚ ਭਾਵ ਆ ਜਾਂਦੇ ਆ, ਤਾਂ ਤੁਸੀਂ ਕਰਨਾ ਕੀ ਹੈ ਕਿ ਇੱਕ ਲਾਈਨ 'ਚ ਲਿਖਣਾ ਹੈ ਕਿ ਗਰੋਥ ਜਿਹੜੀ ਹੈ ਉਹ ਕੁਆਂਟੀਟੇਟਿਵ ਹੁੰਦੀ ਹੈ, ਡਿਵੈਲਪਮੈਂਟ ਜਿਹੜੀ ਆ ਉਹ ਕੁਆਂਟੀਟੇਟਿਵ ਤੇ ਕੁਆਲੀਟੇਟਿਵ ਦੋਨੇ ਹੁੰਦੀ ਹੈ। ਗਰੋਥ ਇੱਕ ਪਾਰਟ ਹੈ ਤੇ ਡਿਵੈਲਪਮੈਂਟ ਜਿਹੜਾ ਉਹਦਾ ਵਾਈਡਰ ਕਨਸੈਪਟ ਹੈ। ग्रोथ नैरो कॉन्सेप्ट है, डेवलपमेंट ब्रॉडर कॉन्सेप्ट है। ग्रोथ कंटिन्यूस नहीं है, डेवलपमेंट कंटिन्यूस है। ग्रोथ इंट्रिंसिक है, डेवलपमेंट इंट्रिंसिक एंड एक्सट्रिंसिक बोथ है। ग्रोथ फिजिकल मैच्योरिटी नाल रिलेटेड है और वो जी है अमलगमेशन है और मैनी फैक्टर्स जी वो समेशन है। ग्रोथ स्ट्रक्चरल है, डेवलपमेंट जी स्ट्रक्चरल एज वैल एज फंक्शनल है। ग्रोथ सैल्यूलर है तो डेवलपमेंट जी ऑर्गेनाइजेशनल है। ग्रोथ मेजरेबल है और डेवलपमेंट जी है वो असैसमेंट होंगी है, इट इज़ असैसेबल। ग्रोथ मे और मे नॉट ब्रिंग डेवलपमेंट तो जी डेवलपमेंट है इट इज़ पॉसीबल ईवन विदाउट द करदा कि जी मेरी कोशिश है PDF के राही पढ़ाने की वो तक पहुँचेगी, तुहानूं समझ आ गया होगा। और जो तुम PDF जोड़े नोट्स ने लैना चाहते हो तो सानूं फेसबुक पेज पर लाइक करो, साडा फेसबुक पेज उत्थे तुसीं मैसेज कर सकते हैं। इंस्टाग्राम पर सानूं फॉलो करो तो उत्थे तुसीं अपनी ईमेल ID ड्रॉप करो, असीं तुहानूं PDF जिहड़ी है सेंड कर देंगे नोट्स की। साडे नाल जुड़े रहो, चढ़ती कला विच रहो। कोई भी क्वेरी आ कॉमेंट्स दे विच करो, एक दूजे का साथ बना के रखो, एक दूजे का थंब बन के रहो। वाहिगुरू जी का खालसा, वाहिगुरू जी की फतेह। Fire spreading all around my room. My world's so bright, it's hard to breathe, but that's alright.